Hello everyone, welcome to Victor's Knowledge. This is Chinu Sharma and today in this lecture I am going to take up second part from our monthly current affair January 2022. So now starting with our first very important question, Pandit Birju Maharaj ji recently ਇਹਨਾਂ ਦੀ ਡੈਥ ਹੋਈ ਹੈ ਜਨਵਰੀ ਮਹੀਨੇ ਦੇ ਅੰਦਰ। ਸੋ ਆਪਾਂ ਨੇ ਦੱਸਣਾ ਹੈ ਕਿ ਇਹ ਕਿਹੜੇ ਆਰਟ ਦੇ ਨਾਲ ਬਿਲੋਂਗ ਕਰਦੇ ਸੀ, ਇਹਨਾਂ ਦਾ ਪੇਸ਼ਾ ਕੀ ਸੀ। So he was a Kathak dancer, option D. This is very important question. Next is ਕਿਹੜੀ ਮਿਨਿਸਟਰੀ ਨੇ 26ਵਾਂ ਸੀਸੋ ਡੀਪ ਡਾਈਵ ਟ੍ਰੇਨਿੰਗ ਪ੍ਰੋਗਰਾਮ ਅੰਡਰ ਸਾਈਬਰ ਸੁਰੱਖਿਅਤ ਭਾਰਤ ਇਨੀਸ਼ੀਏਟਿਵ ਆਰਗੇਨਾਈਜ਼ ਕਰਵਾਇਆ ਹੈ। ਸੋ ਇਹ ਜਿਹੜਾ ਇੰਪੋਰਟੈਂਟ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਹੈ, ਸੋ ਦਿਸ ਵਾਸ ਆਰਗੇਨਾਈਜ਼ਡ ਬਾय ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਆਈਟੀ ਇਨਫੋਰਮੇਸ਼ਨ ਟੈਕਨੋਲੋਜੀ, ਆਪਸ਼ਨ ਸੀ। ਨੈਕਸਟ ਇਜ਼ ਕਿਹੜੀ ਸਟੇਟ ਹੈ ਜਿਹਦੀ ਕੁੰਬਾ ਲੰਗਨੀ ਵਿਲੇਜ ਭਾਰਤ ਦੀ ਪਹਿਲੀ ਇਹਜੀ ਸੈਨੇਟਰੀ ਨੈਪਕਿਨ ਫ੍ਰੀ ਵਿਲੇਜ ਬਣੀ ਹੈ। ਸੋ ਉਹ ਹੈ ਕੇਰਲਾ ਸਟੇਟ ਦੀ ਤੇ ਉਰੇ ਸੈਨੇਟਰੀ ਨੈਪਕਿਨ ਨੂੰ ਰਿਪਲੇਸ ਕਰਕੇ 100% ਮੈਂਸਟਰੁਅਲ ਕੱਪਸ ਨੂੰ ਯੂਜ਼ ਕਰਵਾਇਆ ਜਾ ਰਿਹਾ ਹੈ। ਸੋ ਇਹਦੀ ਹਾਈਜੀਨ ਬਾਰੇ, ਇਹਦੀ ਅਵੇਅਰਨੈਸ ਬਾਰੇ ਕਾਫੀ ਸਮੇਂ ਤੋਂ ਅਲੱਗ-ਅਲੱਗ ਕੈਂਪੇਨਸ ਚੱਲ ਰਹੇ ਸੀ। ਸੋ ਫਾਈਨਲੀ ਕੁੰਬਾਲੰਗਰੀ ਵਿਲੇਜ ਕੇਰਲਾ ਸਟੇਟ ਦੀ ਇੰਡੀਆ ਦੀ ਪਹਿਲੀ ਸੈਨੇਟਰੀ ਨੈਪਕਿਨ ਫ੍ਰੀ ਵਿਲੇਜ ਬਣੀ ਹੈ। ਨੈਕਸਟ ਇਜ਼ ਬਹੁਤ ਹੀ ਫੇਮਸ ਆਈਕੋਨਿਕ ਇਨਫਿਨਿਟੀ ਬ੍ਰਿਜ ਜੋ 16 ਜਨਵਰੀ 2022 ਨੂੰ ਟ੍ਰੈਫਿਕ ਦੇ ਲਈ ਲੋਕਾਂ ਦੇ ਲਈ ਓਪਨ ਕੀਤਾ ਗਿਆ ਫਾਰਮਲੀ। ਸੋ ਕੁਐਸਚਨ ਹੈ ਕਿ ਇਨਫਿਨਿਟ ਬ੍ਰਿਜ ਕਿੱਥੇ ਹੈ। ਸੋ ਇਟ ਇਜ਼ ਲੋਕੇਟਡ ਇਨ ਆਪਸ਼ਨ ਸੀ ਦੁਬਈ, ਯੂਨਾਈਟਿਡ ਅਰਬ ਐਮੀਰੇਟਸ, ਯੂਏ। ਨੈਕਸਟ ਇਜ਼ ਮਿਸਿਸ ਵਰਲਡ 2022 ਜੋ ਲਾਸ ਵੇਗਸ ਨਿਵਾਡਾ ਵਿੱਚ ਹੋਇਆ ਸੀ, ਇਹਦੀ ਜੇਤੂ ਰਹੀ ਨੇ ਸ਼ੈਲਿਨ ਫੋਰਡ। ਸੋ ਜਿਹੜੇ ਵਿਨਰ ਹੈ, ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਨਾਮ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਸੋ ਹੁਣ ਇੰਡੀਅਨ ਪਰਸਪੈਕਟਿਵ ਤੋਂ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਬਣਦਾ ਕਿ ਮਿਸਿਸ ਵਰਲਡ 2022 ਪੇਜੈਂਟ ਦੇ ਅੰਦਰ ਬੈਸਟ ਨੈਸ਼ਨਲ ਕਾਸਟਿਊਮ ਕਿਹਨੇ ਜਿੱਤਿਆ। ਸੋ ਹੂ ਹੈਜ਼ ਵਨ ਦ ਅਵਾਰਡ ਫॉर ਬੈਸਟ ਨੈਸ਼ਨਲ ਕਾਸਟਿਊਮ। ਸੋ ਇਹਦੀ ਜੇਤੂ ਰਹੀ ਹੈ ਇੰਡੀਆ ਨੂੰ ਰਿਪਰੈਜ਼ੈਂਟ ਕਰਨ ਵਾਲੀ ਮਿਸਿਸ ਵਰਲਡ ਪਲੇਟਫਾਰਮ ਉੱਤੇ ਨਵਦੀਪ ਕੌਰ। ਸੋ ਦਿਸ ਇਜ਼ very important thing to remember. ਨੈਕਸਟ ਇਜ਼ ਕਿਹੜਾ ਇੰਡੀਅਨ ਨੇਵਲ ਸ਼ਿਪ ਹੈ ਜਿਹਨੇ ਪਾਰਟਿਸਿਪੇਟ ਕੀਤਾ ਸੀ ਮੈਰੀਟਾਈਮ ਪਾਰਟਨਰਸ਼ਿਪ ਐਕਸਰਸਾਈਜ਼ ਤੇ ਇਹ ਹੋਈ ਸੀ ਇੰਡੀਅਨ ਨੇਵੀ ਤੇ ਜਾਪਾਨ ਮੈਰੀਟਾਈਮ ਸੈਲਫ ਡਿਫੈਂਸ ਫੋਰਸਿਸ ਦੇ ਵਿਚਕਾਰ। ਤੇ ਇਹ ਕਿੱਥੇ ਕਰਵਾਈ ਗਈ, ਬਹੁਤ ਵਾਰੀ ਡਾਇਰੈਕਟਲੀ ਇਹਨਾਂ ਐਕਸਰਸਾਈਜ਼ਸ ਦੀ ਜਗ੍ਹਾ ਪੁੱਛੀ ਜਾਂਦੀ ਹੈ। ਸੋ ਇਟ ਵਾਸ ਹੈਲਡ ਇਨ ਬੇ ਆਫ ਬੰਗਾਲ ਤੇ ਇਹਦੇ ਵਿੱਚ ਜਿਹੜੇ ਇੰਡੀਅਨ ਨੇਵਲ ਸ਼ਿਪਸ ਨੇ ਪਾਰਟਿਸਿਪੇਟ ਕੀਤਾ ਸੀ ਉਹ ਦੋ ਸ਼ਿਪ ਸੀ, ਇੱਕ ਸੀ ਆਈਐਨਐਸ ਕਦਮਤ, ਦੂਜਾ ਸੀ ਸ਼ਿਵਾਲਿਕ। So right answer है उरे option D. Next is which city will host the 2022 AFC Women Football Asian Cup India? So 2022 ਦਾ ਜਿਹੜਾ Women Football Asian Cup ਹੈ ਇਹ ਦੋ cities ਦੇ ਵਿੱਚ ਕਰਵਾਇਆ ਜਾਊਗਾ, ਮੁੰਬਈ ਤੇ ਪੁਣੇ। So right answer ਹੈ option D, both A and B. Next is which of the following has virtually organized? So online digitally organized ਕਰਵਾਇਆ ਗਿਆ ਹੈ। ਪਹਿਲਾ ਭਾਰਤ ਦਾ ਸਟਾਰਟਅਪ ਇੰਡੀਆ ਇਨੋਵੇਸ਼ਨ ਵੀਕ ਤੇ ਇਹ ਚੱਲਿਆ ਸੀ 7 ਦਿਨਾਂ ਦੇ ਲਈ 10 ਤੋਂ ਲੈ ਕੇ 16 ਜਨਵਰੀ ਤੱਕ। ਸੋ ਕਿਹੜੀ ਮਿਨਿਸਟਰੀ ਨੇ ਆਰਗੇਨਾਈਜ਼ ਕਰਵਾਇਆ। ਸੋ ਇਹ ਡਿਪਾਰਟਮੈਂਟ ਸੀ ਫॉर ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ ਜਿਹਨੇ ਇਹਨੂੰ ਆਰਗੇਨਾਈਜ਼ ਕਰਵਾਇਆ ਸੀ। ਸੋ ਰਾਈਟ ਆਨਸਰ ਹੈ ਆਪਸ਼ਨ ਏ। ਤੇ ਜਿਹੜਾ ਇਹ ਵੀਕ ਹੈ ਇਹਦੇ ਟਾਈਮ ਪੀਰੀਅਡ ਹੈ ਇਹ ਵੀ ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਸੋ ਦੈਟ ਇਜ਼ 10th to 16th of January. ਨੈਕਸਟ ਇਜ਼ ਮਨਾ ਓਰੂ ਮਨਾ ਬੜੀ ਪ੍ਰੋਗਰਾਮ ਕਿਹੜੀ ਸਟੇਟ ਗਵਰਨਮੈਂਟ ਨੇ ਲਾਂਚ ਕਰਵਾਇਆ। ਸੋ ਇਹਨੂੰ ਲਾਂਚ ਕਰਵਾਇਆ ਤੇਲੰਗਾਨਾ, ਆਪਸ਼ਨ ਸੀ। Nusantara has been selected as the new capital of which of the following country? So Nusantara ਨਵੀਂ ਕੈਪੀਟਲ ਬਣੀ ਹੈ, ਇੱਕ ਬਿੱਲ ਪਾਸ ਹੋਇਆ ਪਾਰਲੀਮੈਂਟ ਦੇ ਵਿੱਚ। ਸੋ ਇਹ ਇੰਡੋਨੇਸ਼ੀਆ ਦੀ ਨਵੀਂ ਕੈਪੀਟਲ ਚੁਣੀ ਗਈ ਹੈ। ਪਹਿਲਾਂ ਇੰਡੋਨੇਸ਼ੀਆ ਦੀ ਜਿਹੜੀ ਕੈਪੀਟਲ ਸੀ ਤੁਹਾਨੂੰ ਉਹਦਾ ਨਾਮ ਵੀ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਸੋ ਦੈਟ ਇਜ਼ ਜਕਾਰਤਾ। ਤੁਹਾਨੂੰ ਕੁਐਸਚਨ ਇਹ ਵੀ ਆ ਸਕਦਾ ਹੈ ਕਿ ਕਿਹਨੂੰ ਰਿਪਲੇਸ ਕਰਕੇ 올ਡ ਕੈਪੀਟਲ ਕਿਹੜੀ ਸੀ, ਨੂਸਾਂਤਰਾ ਨਵੀਂ ਕੈਪੀਟਲ ਬਣੀ ਹੈ। ਸੋ ਯੂ ਮਸਟ ਰਿਮੈਂਬਰ ਜਕਾਰਤਾ ਪੁਰਾਣੀ ਕੈਪੀਟਲ ਸੀ ਇੰਡੋਨੇਸ਼ੀਆ ਦੀ, ਨਵੀਂ ਕੈਪੀਟਲ ਹੈ ਨੂਸਾਂਤਰਾ। Next is which of the following has partnered with NPCI Bharat Bill Pay Limited to launch ClickPay service to its customer? So ਇਹਨੂੰ ਕੀਤਾ Mobikwik ਨੇ, option C. Which country's Roberta Metsola has become youngest president of European Union Parliament? So EU Parliament ਦੇ ਸਭ ਤੋਂ ਛੋਟੀ ਉਮਰ ਵਾਲੇ ਪ੍ਰੈਜ਼ੀਡੈਂਟ ਬਣੇ ਨੇ
ਰੋਬਰਟਾ ਮਿਤਸੋਲਾ ਤੇ ਇਹ ਬਿਲੋਂਗ ਕਰਦੇ ਨੇ ਮਾਲਟਾ ਆਪਸ਼ਨ ਡੀ। ਨੈਕਸਟ ਹੈ ਬੈਸਟ ਫੀਫਾ ਫੁੱਟਬਾਲ ਅਵਾਰਡ 2021 ਵਿੱਚ ਬੈਸਟ ਫੀਫਾ ਮੈਨ ਪਲੇਅਰ ਦਾ ਅਵਾਰਡ ਕਿਹਨੇ ਜਿੱਤਿਆ? ਸੋ ਦਿਸ ਇਜ਼ ਵੈਰੀ ਇੰਪੋਰਟੈਂਟ ਨੇਮ। ਰਾਈਟ ਆਂਸਰ ਇਜ਼ ਆਪਸ਼ਨ ਡੀ ਰੋਬਰਟ ਲਿਵੈਂਡੋਸਕਾਈ। ਨੈਕਸਟ ਇਜ਼ ਇੰਡੀਆ ਦੀ ਸੁਪਰ ਮੌਮ ਟਾਈਗਰੈਸ ਕਹੀ ਜਾਂਦੀ ਸੀ, ਜਿਹਨੂੰ ਪੋਪੂਲਰਲੀ ਆਪਾਂ ਕਾਲਰ ਵਾਲੀ ਕਹਿੰਦੇ ਸੀ। ਰੀਸੈਂਟਲੀ ਇਹਨਾਂ ਦੀ ਡੈਥ ਹੋਈ ਹੈ। ਸੋ ਇਸ ਟਾਈਗਰੈਸ ਦੀ ਡੈਥ ਹੋਈ ਹੈ ਇੱਕ ਟਾਈਗਰ ਰਿਜ਼ਰਵ ਦੇ ਅੰਦਰ ਹੀ। ਵੀ ਹੈਵ ਟੂ ਟੈਲ ਕਿ ਉਸ ਟਾਈਗਰ ਰਿਜ਼ਰਵ ਦਾ ਨਾਮ ਕੀ ਹੈ ਜਿੱਥੇ ਇਹ ਸੀ ਤੇ ਇਹਨਾਂ ਦੀ ਡੈਥ ਹੋਈ। ਸੋ ਉਹ ਹੋਈ ਹੈ ਪੇਂਚ ਟਾਈਗਰ ਰਿਜ਼ਰਵ, MP ਆਪਸ਼ਨ ਬੀ। Which of the following has launched a mobile app Sarthi based on investor education in Mumbai, Maharashtra? So ਇਸ Sarthi mobile app launch ਕੀਤਾ ਹੈ SEBI ਨੇ, Security and Exchange Board of India। This is again very important question। Next is ILO International Labour Organization ਇੱਕ ਰਿਪੋਰਟ ਰਿਲੀਜ਼ ਕੀਤੀ ਹੈ World Employment and Social Outlook Trend 2022। ਗਲੋਬਲ ਅਨਇੰਪਲੋਇਮੈਂਟ ਦੀ ਜੇ ਗੱਲ ਕਰੀਏ ਪੂਰੀ ਦੁਨੀਆ ਦੇ ਵਿੱਚ ਬੇਰੁਜ਼ਗਾਰੀ ਦੀ, ਤਾਂ 2022 ਦੇ ਵਿੱਚ ਕਿੰਨੇ ਫਿਗਰ ਨਿਕਲ ਕੇ ਆਈ ਹੈ? ਸੋ ਉਹ ਹੈ 207 ਮਿਲੀਅਨ ਲੋਕ ਜਿਹੜੇ ਗਲੋਬਲ ਅਨਇੰਪਲੋਇਮੈਂਟ ਪ੍ਰੋਜੈਕਟ ਕੀਤੇ ਗਏ ਨੇ। ਸੋ ਰਾਈਟ ਆਂਸਰ ਹੈ ਆਪਸ਼ਨ ਸੀ। ਨੈਕਸਟ ਇਜ਼ ਵੈਰੀ ਇੰਪੋਰਟੈਂਟ ਅਪੁਆਇੰਟਮੈਂਟ ਜਿਹੜੀ ਤੁਹਾਨੂੰ ਹਰ ਆਉਣ ਵਾਲੇ ਐਗਜ਼ਾਮ ਦੇ ਲਈ ਪਤਾ ਹੋਣੀ ਚਾਹੀਦੀ ਹੈ। ਏਅਰ ਇੰਡੀਆ ਜੋ ਬਹੁਤ ਹੀ ਜ਼ਿਆਦਾ ਨਿਊਜ਼ ਦੇ ਵਿੱਚ ਰਹਿ ਰਿਹਾ ਕਾਫੀ ਸਮੇਂ ਤੋਂ, ਏਅਰ ਇੰਡੀਆ ਦੇ ਨਵੇਂ ਚੇਅਰਮੈਨ ਤੇ MD ਕੌਣ ਬਣੇ ਨੇ? Who has been appointed as new chairman and managing director of Air India? So right answer ਹੈ option B ਵਿਕਰਮ ਦੇਵ ਦੱਤ। Next is Genesis Prize Foundation ਦੇ ਦੁਆਰਾ 2022 Genesis Prize Laureate ਕਿਹਨੂੰ ਚੁਣਿਆ ਗਿਆ ਹੈ? Who has been named as this? So ਉਹ ਚੁਣੇ ਗਏ ਨੇ Pfizer ਦੇ CEO ਐਲਬਰਟ ਬੋਰਲਾ ਆਪਸ਼ਨ ਸੀ। ਮਹਾਰਾਸ਼ਟਰ ਗਵਰਨਰ ਭਗਤ ਸਿੰਘ ਕੋਸ਼ਿਆਰੀ ਇਹਨਾਂ ਨੇ ਇੱਕ ਬੁੱਕ ਰਿਲੀਜ਼ ਕੀਤੀ ਹੈ ਦ ਲੈਜੈਂਡ ਆਫ ਬਿਰਸਾ ਮੁੰਡਾ। ਇਸ ਬੁੱਕ ਨੂੰ ਆਥਰ ਕਿਹਨੇ ਕੀਤਾ ਹੈ? ਸੋ ਇਹਨੂੰ ਦੋ ਜਾਣਿਆਂ ਨੇ ਆਥਰ ਕੀਤਾ ਹੈ ਤੁਹਿਨ ਏ ਸਿਨਹਾ ਤੇ ਅੰਕਿਤਾ ਵਰਮਾ। ਰਾਈਟ ਆਂਸਰ ਹੈ ਆਪਸ਼ਨ ਡੀ ਬੋਥ A and B। ਕਿਹੜੀ ਸਟੇਟ ਯੂਟੀ ਨੇ ਡਿਕਲੇਅਰ ਕੀਤੀ ਹੈ ਜੈਰੀ ਹੈਮਲੇਟ ਜੈਰੀ ਸੈਟਲਮੈਂਟ ਇਨ ਰਿਆਸੀ ਡਿਸਟ੍ਰਿਕਟ ਐਜ਼ ਫਰਸਟ ਮਿਲਕ ਵਿਲੇਜ ਆਫ ਸਟੇਟ ਔਰ ਯੂਟੀ? ਸੋ ਇਹ ਜੈਰੀ ਸੈਟਲਮੈਂਟ ਨੂੰ ਜੋ ਰਿਆਸੀ ਜ਼ਿਲ੍ਹੇ ਦੇ ਵਿੱਚ ਹੈ ਇਹਨੂੰ ਪਹਿਲੀ ਉਸ ਸਟੇਟ ਯੂਟੀ ਦੀ ਮਿਲਕ ਵਿਲੇਜ ਦਾ ਨਾਮ ਦਿੱਤਾ ਗਿਆ ਹੈ। ਸੋ ਇਹ ਹੈ ਜੰਮੂ ਕਸ਼ਮੀਰ ਵਿੱਚ ਆਪਸ਼ਨ ਡੀ। ਨੈਕਸਟ ਹੈ ਕਿਹੜੀ ਸਟੇਟ ਗਵਰਨਮੈਂਟ ਨੇ ਲਾਂਚ ਕੀਤਾ ਹੈ ਇੱਕ ਸੈਂਟਰ ਆਫ ਐਕਸੀਲੈਂਸ ਇੰਡੀਆਜ਼ ਫਰਸਟ ਐਨੀਮੇਸ਼ਨ ਵਿਜ਼ੂਅਲ ਇਫੈਕਟ ਗੇਮਿੰਗ ਤੇ ਕਾਮਿਕਸ ਦਾ ਸੈਂਟਰ ਆਫ ਐਕਸੀਲੈਂਸ? ਸੋ ਦਿਸ ਹੈਜ਼ ਬੀਨ ਲਾਂਚਡ ਬਾय ਕਰਨਾਟਕਾ ਸਟੇਟ ਗਵਰਨਮੈਂਟ ਆਪਸ਼ਨ ਬੀ। Which state government has signed a memorandum of understanding with Himachal Pradesh to revive Saraswati River? ਸਰਸਵਤੀ ਰਿਵਰ ਨੂੰ ਰਿਵਾਈਵ ਕਰਨ ਦੇ ਲਈ ਇੱਕ ਅਗਰੀਮੈਂਟ ਸਾਈਨ ਕੀਤਾ ਹੈ ਹਿਮਾਚਲ ਪ੍ਰਦੇਸ਼ ਸਰਕਾਰ ਦੇ ਨਾਲ ਹਰਿਆਣਾ ਸਟੇਟ ਗਵਰਨਮੈਂਟ ਨੇ। ਸੋ ਰਾਈਟ ਆਂਸਰ ਹੈ ਆਪਸ਼ਨ ਡੀ। ਨੈਕਸਟ ਇਜ਼ IMD ਨੇ ਰਿਲੀਜ਼ ਕੀਤੀ ਹੈ ਇੰਡੀਅਨ ਮੈਟੀਰੀਓਲੋਜੀਕਲ ਡਿਪਾਰਟਮੈਂਟ ਨੇ ਇੱਕ ਰਿਪੋਰਟ ਕਲਾਈਮੇਟ ਆਫ ਇੰਡੀਆ ਡਿਊਰਿੰਗ 2021। ਇਸ ਰਿਪੋਰਟ ਦੇ ਮੁਤਾਬਿਕ ਜਿਹੜਾ ਸਾਲ 2021 ਰਿਹਾ ਇਹ 1901 ਤੋਂ ਜਦੋਂ ਆਪਾਂ ਸ਼ੁਰੂ ਕਰਦੇ ਆ ਕੰਟਰੀ ਵਾਈਡ ਰਿਕਾਰਡ ਜਦੋਂ ਕਲਾਈਮੇਟ ਨੂੰ ਲੈ ਕੇ ਸਟਾਰਟ ਕੀਤੇ ਗਏ ਸੀ। ਸੋ 1901 ਤੋਂ ਲੈ ਕੇ ਇਹ ਕਿੰਨਵਾਂ ਸਭ ਤੋਂ ਗਰਮ ਸਾਲ ਰਿਹਾ। ਸੋ 2021 was the 5th warmest year option D। Next is ਮੀਆਂ ਐਮਰ ਮੋਟਲੇ ਦੂਜੀ ਵਾਰੀ ਕਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਚੁਣੇ ਗਏ ਨੇ? ਸੋ ਸੈਕਿੰਡ ਕੰਜ਼ੈਕਿਊਟਿਵ ਟਰਮ ਇਹਨਾਂ ਦੀ ਐਸ ਪ੍ਰਾਈਮ ਮਿਨਿਸਟਰ। ਸੋ ਇਹ ਬਿਲੋਂਗ ਕਰਦੇ ਨੇ ਬਾਰਬਾਡੋਸ ਆਪਸ਼ਨ A। Who has become India's first UN Development Program Youth Climate Champion? So United Nation Development Program ਦੀ Youth Climate Champion ਦੇ ਤੌਰ ਤੇ ਨਿਯੁਕਤ ਕੀਤਾ ਗਿਆ ਹੈ ਭਾਰਤ ਦੀ ਪਹਿਲੀ ਨੇ ਇਹ। ਸੋ ਉਹ ਹੈ ਪ੍ਰਜਕਤਾ ਕੋਹਲੀ, ਇੱਕ ਯੂਟਿਊਬਰ ਹੈ, ਐਕਟਰੈਸ ਹੈ, ਨਾਲ ਹੀ ਸੋਸ਼ਲ ਮੀਡੀਆ ਇਨਫਲੂਐਂਸਰ ਵੀ ਹੈ। ਸੋ ਰਾਈਟ ਆਂਸਰ ਹੈ ਆਪਸ਼ਨ ਡੀ। ਨੈਕਸਟ ਇਜ਼ ਆਂਧਰਾ ਪ੍ਰਦੇਸ਼ ਤੋਂ ਇੱਕ ਯੰਗ ਗਰਲ ਬਿਲੋਂਗ ਕਰਦੀ ਹੈ ਜਿਨ੍ਹਾਂ ਨੇ ਰੀਸੈਂਟਲੀ ਨਾਸਾ ਦੀ ਇੰਟਰਨੈਸ਼ਨਲ 에ਅਰ ਤੇ ਸਪੇਸ ਪ੍ਰੋਗਰਾਮ ਨੂੰ ਕੰਪਲੀਟ ਕੀਤਾ ਹੈ ਤੇ ਇਹ ਪਹਿਲੀ ਭਾਰਤੀ ਬਣੀ ਹੈ ਇਸ ਪ੍ਰੋਗਰਾਮ ਨੂੰ ਅਕੰਪਲਿਸ਼ ਕਰਨ ਵਾਲੀ, ਕੰਪਲੀਟ ਕਰਨ ਵਾਲੀ। ਸੋ ਸ਼ੀ ਬਿਲੋਂਗਸ ਟੂ ਆਂਧਰਾ ਪ੍ਰਦੇਸ਼ ਐਂਡ ਦ ਨੇਮ ਇਜ਼ ਜਾਨਵੀ ਦੰਗੇਤੀ ਆਪਸ਼ਨ ਸੀ। very important।
who has been honored with International Association of Working Women Award at Washington DC South Asian Film Festival. So A award मिला है सुष्मिता सेन बॉलीवुड एक्ट्रेस ऑप्शन बी। नेक्स्ट क्वेश्चन इज ऑक्सफोर्ड यूनिवर्सिटी प्रेस ने एक चिल्ड्रन ਦਾ ਵਰਡ ਡਿਕਲੇਅਰ ਕੀਤਾ ਹੈ ਸਾਲ 2021 ਦਾ ਬੇਸਡ ਔਨ ਦ ਰੀਸੈਂਟ ਰਿਸਰਚ। ਸੋ ਇਹ ਜਿਹੜਾ ਵਰਡ ਹੈ that is anxiety। ਸੋ ਇਹ ਚਿਲਡਰਨਸ ਵਰਡ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਆਪਸ਼ਨ ਸੀ ਇਜ਼ ਦ ਰਾਈਟ ਆਨਸਰ। ਨੈਕਸਟ ਹੈ ਕਿਹੜੀ ਕੰਟਰੀ ਦੀ ਡਿਫੈਂਸ ਕੰਪਨੀ ਸਾਬ ਨੂੰ ਸਿਲੈਕਟ ਕੀਤਾ ਹੈ ਇੰਡੀਅਨ ਆਰਮਡ ਫੋਰਸ ਨੇ ਇੱਕ ਕੰਪੀਟੀਟਿਵ ਪ੍ਰੋਗਰਾਮ ਕਰਵਾ ਕੇ। ਸੋ ਜਿਹੜੀ ਹੁਣ ਇਹ ਡਿਫੈਂਸ ਕੰਪਨੀ ਹੈ ਇਹ ਇੰਡੀਆ ਨੂੰ ਸਿੰਗਲ ਸ਼ਾਟ ਐਂਟੀ ਆਰਮਰ ਵੈਪਨ AT4 ਸਪਲਾਈ ਕਰਨਗੇ। ਸੋ ਇਹ ਹੈ ਆਪਸ਼ਨ ਏ ਸਵੀਡਨ। ਨੈਕਸਟ ਇਜ਼ ਗਵਰਨਮੈਂਟ ਆਫ ਇੰਡੀਆ ਨੇ ਅਮਰ ਜਵਾਨ ਜੋਤੀ ਫਲੇਮ ਜੋ ਇੰਡੀਆ ਗੇਟ ਵਿੱਚ ਸੀ ਉਹਨੂੰ ਨਵੇਂ ਕੰਸਟਰਕਟਡ ਨੈਸ਼ਨਲ ਵਾਰ ਮੈਮੋਰੀਅਲ ਦੇ ਨਾਲ ਜਿਹੜੀ ਉੱਥੇ ਫਲੇਮ ਹੈ ਉਹਦੇ ਨਾਲ ਮਰਜ ਕਰਤਾ। ਸੋ ਹੁਣ ਇਹਨੂੰ ਇੱਕੋ ਹੀ ਜਗ੍ਹਾ ਦੇ ਉੱਤੇ ਰੱਖ ਕਰਤਾ। ਆਪਾਂ ਨੇ ਦੱਸਣਾ ਹੈ ਕਿ ਨੈਸ਼ਨਲ ਵਾਰ ਮੈਮੋਰੀਅਲ ਕਦੋਂ ਇਸਟੈਬਲਿਸ਼ ਕੀਤਾ ਗਿਆ ਸੀ। ਸੋ ਦਿਸ ਵਾਸ ਇਸਟੈਬਲਿਸ਼ਡ ਇਨ ਜਨਵਰੀ 2019 ਆਪਸ਼ਨ ਬੀ। ਨੈਕਸਟ ਹੈ ਬ੍ਰਹਮੋਸ ਐਰੋਸਪੇਸ ਨੇ ਸਕਸੈਸਫੁਲੀ ਟੈਸਟ ਫਾਇਰ ਕੀਤੀ ਹੈ ਉਹਨਾਂ ਦੀ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੀ ਨਵੀਂ ਵਰਜ਼ਨ। ਸੋ ਵੀ ਹੈਵ ਟੂ ਟੈਲ ਕਿ ਬ੍ਰਹਮੋਸ ਐਰੋਸਪੇਸ ਪ੍ਰਾਈਵੇਟ ਲਿਮਟਿਡ ਦੇ ਇਸ ਟਾਈਮ ਕਰੰਟ ਪ੍ਰੈਜ਼ੀਡੈਂਟ ਡਾਇਰੈਕਟਰ ਜਨਰਲ ਕੌਣ ਨੇ। ਸੋ ਉਹ ਨੇ ਅਤੁਲ ਦਿਨਕਰ ਰਾਣੇ ਆਪਸ਼ਨ ਡੀ। Next is which company has signed a pact with University of Oulu, Finland? So ਜਿਹੜਾ ਇਹ agreement ਹੈ ਇਹ basically ਜਿਹੜੀ 6G technology ਹੈ ਉਹਨੂੰ ਹੋਰ ਜ਼ਿਆਦਾ speed up ਕਰਨ ਦੇ ਲਈ ਕੀਤਾ ਗਿਆ research ਤੇ ਉਹਦੀ standardization ਦੇ ਨਾਲ। ਸੋ ਇਹ ਕੰਪਨੀ ਹੈ Reliance Jio option D। Next is very important question दीन दयाल अंत्योदया योजना National Rural Livelihood Mission ਇਹਨੇ celebrate ਕੀਤਾ ਹੈ Agri Nutri Garden Week 10 ਤੋਂ ਲੈ ਕੇ 17 ਜਨਵਰੀ ਤੱਕ। ਸੋ ਟੋਟਲ ਇਸ ਹਫਤੇ ਦੇ ਵਿੱਚ ਕਿੰਨੇ ਐਗਰੀ ਨਿਊਟਰੀ ਗਾਰਡਨ ਇਸਟੈਬਲਿਸ਼ ਕੀਤੇ ਗਏ। ਸੋ ਰਾਈਟ ਆਨਸਰ ਹੈ ਆਪਸ਼ਨ ਡੀ 76,664। ਨੈਕਸਟ ਇਜ਼ ਵੈਰੀ ਇੰਪੋਰਟੈਂਟ ਕੁਐਸਚਨ ਤਿੰਨ ਅਜਿਹੀਆਂ ਸਟੇਟਸ ਨੇ ਜਿਨ੍ਹਾਂ ਦਾ ਸਟੇਟਹੁੱਡ ਡੇ ਇੱਕੋ ਹੀ ਡੇਟ ਨੂੰ ਆਬਜ਼ਰਵ ਕੀਤਾ ਜਾਂਦਾ ਹੈ। ਸੋ ਉਹ ਨੇ ਮਨੀਪੁਰ, ਮੇਘਾਲਿਆ, ਤ੍ਰਿਪੁਰਾ। ਸੋ ਇਹਨਾਂ ਦਾ ਸਟੇਟਹੁੱਡ ਡੇ ਕਿਸ ਦਿਨ ਹਰ ਸਾਲ ਆਬਜ਼ਰਵ ਕੀਤਾ ਜਾਂਦਾ ਹੈ। ਸੋ ਡੇਟ ਹੈ 21 ਜਨਵਰੀ ਆਪਸ਼ਨ ਏ। ਨੈਕਸਟ ਹੈ ਪਰਾਕਰਮ ਦਿਵਸ ਸੈਲੀਬ੍ਰੇਟ ਕੀਤਾ ਗਿਆ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੇ 125ਵੀਂ ਬਰਥ ਐਨੀਵਰਸਰੀ ਦੇ ਉੱਤੇ। ਸੋ ਇਹ ਡੇਟ ਹੈ 23 ਜਨਵਰੀ ਆਪਸ਼ਨ ਸੀ। ਦਿਸ ਇਜ਼ ਵੈਰੀ ਇੰਪੋਰਟੈਂਟ ਫॉर all upcoming exam। Next is India's first state of art high performance para badminton academy। ਸੋ ਜਿਹੜੇ ਪੈਰਾ ਸਪੋਰਟਸ ਪਰਸਨ ਹੁੰਦੇ ਨੇ ਉਹਨਾਂ ਦੇ ਲਈ ਇੱਕ ਬੈਡਮਿੰਟਨ ਅਕੈਡਮੀ ਕੀਤੀ ਗਈ ਹੈ। ਸੋ ਇਹ ਸੈਟਅਪ ਕੀਤੀ ਹੈ ਲਖਨਊ ਦੇ ਵਿੱਚ ਆਪਸ਼ਨ ਡੀ। ਨੈਕਸਟ ਇਜ਼ ਡਿਸਟ੍ਰਿਕਟ ਗੁੱਡ ਗਵਰਨੈਂਸ ਇੰਡੈਕਸ ਵਾਲੀ ਪਹਿਲੀ ਦੇਸ਼ ਦੀ ਕਿਹੜੀ ਯੂਨੀਅਨ ਟੈਰੀਟਰੀ ਬਣੀ ਹੈ। ਸੋ ਜਿਹਨੇ ਇਹ ਡਿਸਟ੍ਰਿਕਟ ਗੁੱਡ ਗਵਰਨੈਂਸ ਇੰਡੈਕਸ ਕੰਡਕਟ ਕਰਵਾਇਆ ਹੈ। ਸੋ ਇਹ ਯੂਟੀ ਹੈ ਆਪਸ਼ਨ ਸੀ ਜੰਮੂ ਐਂਡ ਕਸ਼ਮੀਰ। ਨੈਕਸਟ ਇਜ਼ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ 216 ਫੁੱਟ ਸਟੈਚੂ ਰਾਮਾਨੁਚਾਰਿਆ ਦਾ ਸਿਟਿੰਗ ਪੋਜੀਸ਼ਨ ਦੇ ਵਿੱਚ ਇਨੋਗਰੇਟ ਕੀਤਾ ਹੈ 5 ਫਰਵਰੀ 2022 ਨੂੰ। ਸੋ ਇਸ ਡੇਟ ਨੂੰ ਉਹਨਾਂ ਨੇ ਰਾਮਾਨੁਚਾਰਿਆ ਦਾ 1000ਵਾਂ ਬਰਥ ਜਿਹੜੀ ਐਨੀਵਰਸਰੀ ਹੈ ਡੇ ਹੈ ਉਹਨੂੰ ਸੈਲੀਬ੍ਰੇਟ ਵੀ ਕੀਤਾ ਹੈ। ਤੇ ਜਿਹੜਾ ਸਟੈਚੂ ਹੈ ਇਹਨੂੰ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੈਗਲਾਈਨ ਦਿੱਤੀ ਗਈ ਹੈ ਸਟੈਚੂ ਆਫ ਇਕੁਐਲਿਟੀ ਕਿਹਾ ਗਿਆ ਹੈ। ਸੋ ਇਹ ਇਨੋਗਰੇਟ ਕੀਤਾ ਗਿਆ ਹੈਦਰਾਬਾਦ ਆਪਸ਼ਨ ਏ। very important for all upcoming examination। Next is ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਇੰਡੀਵਿਜੂਅਲ ਕੈਟੇਗਰੀ ਦੇ ਵਿੱਚ ਕਿਹਨੂੰ ਸਿਲੈਕਟ ਕੀਤਾ ਗਿਆ ਹੈ for his excellent work in disaster management ਸਾਲ 2022 ਦੇ ਲਈ। ਸੋ ਇਸ ਅਵਾਰਡ ਦੇ ਜੇਤੂ ਰਹੇ ਨੇ ਵਿਨੋਦ ਸ਼ਰਮਾ ਆਪਸ਼ਨ ਡੀ। Name the liquid propellant based high thrust engine for ਗਗਨਯਾਨ ਮਿਸ਼ਨ। ਸੋ ਜਿਹੜਾ ਇਹ ਇੰਜਨ ਹੈ ਇਹ ਗਗਨਯਾਨ ਮਿਸ਼ਨ ਦੇ ਅੰਦਰ ਯੂਜ਼ ਕੀਤਾ ਜਾਊਗਾ ਜਿਹਦੀ ਕੁਆਲੀਫਿਕੇਸ਼ਨ ਟੈਸਟ ਕੰਡਕਟ ਕਰਵਾਇਆ ਰੀਸੈਂਟਲੀ ਇਸਰੋ ਦੇ ਵਿੱਚ। ਸੋ ਉਹ ਹੈ ਵਿਕਾਸ ਆਪਸ਼ਨ ਏ। ਸੋ ਜਿਹੜਾ ਥਰਸਟ ਇੰਜਨ ਹੈ ਜੋ ਗਗਨਯਾਨ ਮਿਸ਼ਨ ਦੇ ਅੰਦਰ ਵਰਤਿਆ ਜਾਊਗਾ ਇਹਦਾ ਨਾਮ ਐਗਜ਼ਾਮ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। Who among the following has bagged women's single title at Syed Modi International Badminton Tournament? ਸੋ ਇਹ ਟੂਰਨਾਮੈਂਟ ਕਿੱਥੇ ਕਰਵਾਇਆ ਗਿਆ ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ ਲਖਨਊ ਤੇ ਇਹਦੀ ਜੇਤੂ ਰਹੀ ਹੈ ਵਿਮਨ ਸਿੰਗਲ ਟਾਈਟਲ ਦੀ ਪੀਵੀ ਸਿੰਧੂ ਆਪਸ਼ਨ ਬੀ। ਨੈਕਸਟ ਅਗੇਨ ਵੈਰੀ ਇੰਪੋਰਟੈਂਟ ਇੰਟਰਨੈਸ਼ਨਲ ਡੇ
ਇੰਟਰਨੈਸ਼ਨਲ ਡੇ ਆਫ ਐਜੂਕੇਸ਼ਨ ਕਿਸ ਦਿਨ observe ਕੀਤਾ ਜਾਂਦਾ ਹੈ? ਸੋ ਲੋਕਾਂ ਨੂੰ ਪੂਰੇ ਵਰਲਡ ਲੈਵਲ ਦੇ ਉੱਤੇ ਪੜ੍ਹਾਈ ਦੀ ਇੰਪੋਰਟੈਂਸ ਦੀ ਅਵੇਅਰਨੈਸ ਬਾਰੇ ਜਾਣੂ ਕਰਵਾਇਆ ਜਾਂਦਾ ਹੈ। ਸੋ ਇਹਦੇ ਲਈ ਜਿਹੜਾ ਡੇਟ ਰੱਖਿਆ ਗਿਆ ਹੈ that is 24th ਜਨਵਰੀ ਆਪਸ਼ਨ ਡੀ। ਸੋ 24 ਜਨਵਰੀ ਨੂੰ ਹੀ ਇੰਡੀਅਨ ਪਰਸਪੈਕਟਿਵ ਤੋਂ ਵੀ ਬਹੁਤ ਇੰਪੋਰਟੈਂਟ ਦਿਨ ਹੈ ਨੈਸ਼ਨਲ ਗਰਲ ਚਾਈਲਡ ਡੇ। ਸੋ ਨੈਸ਼ਨਲ ਗਰਲ ਚਾਈਲਡ ਡੇ ਇਹਦੀ ਡੇਟ ਵੀ ਹੈ 24 ਜਨਵਰੀ ਆਪਸ਼ਨ ਡੀ ਤੇ ਇਹ ਬਾਰ-ਬਾਰ ਐਗਜ਼ਾਮ ਵਿੱਚ ਰਿਪੀਟ ਹੁੰਦਾ ਹੈ। ਸੋ ਯੂ ਮਸਟ ਰਿਮੈਂਬਰ ਦਿਸ ਡੇ। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਅਨਵੀਲ ਕੀਤਾ ਹੈ ਇੱਕ ਬਹੁਤ ਹੀ ਵੱਡਾ ਸਟੈਚੂ ਆਈਕੋਨਿਕ ਫਰੀडम फाइटर ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ। ਸੋ ਇਹ ਕਿੱਥੇ ਕੀਤਾ ਹੈ? ਸੋ ਦਿਸ ਹੈਜ਼ ਬੀਨ ਅਨਵੀਲਡ ਇਨ ਨਿਊ ਦਿੱਲੀ ਆਪਸ਼ਨ ਏ। ਨੈਕਸਟ ਇਜ਼ ਕਿਹੜੀ ਸਟੇਟ ਹੈ ਭਾਰਤ ਦੀ ਜਿਹਨੇ ਪਹਿਲਾ ਸਟੇਟ ਲੈਵਲ ਬਰਡ ਐਟਲਸ ਆਪਣਾ ਤਿਆਰ ਕੀਤਾ ਹੈ? ਸੋ ਵਿਚ ਹੈਜ਼ ਗॉट ਫਰਸਟ ਆਫ ਇਟਸ ਕਾइंड ਸਟੇਟ ਲੈਵਲ ਬਰਡ ਐਟਲਸ ਇਨ ਇੰਡੀਆ। ਸੋ ਇਹ ਸਟੇਟ ਹੈ ਕੇਰਲਾ ਆਪਸ਼ਨ ਸੀ। Who has been appointed as brand ambassador of Good Dot? So Good Dot ਦੇ brand ambassador ਚੁਣੇ ਗਏ ਨੇ ਨੀਰਜ ਚੋਪੜਾ ਆਪਸ਼ਨ ਬੀ। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ 29 ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2022 ਦੇ ਨਾਲ ਨਿਵਾਜਿਆ ਹੈ। ਸੋ ਇਸ ਅਵਾਰਡ ਦੇ ਅੰਦਰ ਕੈਸ਼ ਪ੍ਰਾਈਜ਼ ਕਿੰਨਾ ਹੈ? ਸੋ ਦਿਸ ਅਮਾਉਂਟ ਇਜ਼ ਵੈਰੀ ਇੰਪੋਰਟੈਂਟ ਟੂ ਰਿਮੈਂਬਰ। ਸੋ ਕੈਸ਼ ਪ੍ਰਾਈਜ਼ ਇਸ ਪੁਰਸਕਾਰ ਦੇ ਅੰਦਰ ਹੈ 1 ਲੱਖ ਫॉर ਪਰ ਚਿਲड्रन ਆਪਸ਼ਨ ਏ। ਨੈਕਸਟ ਇਜ਼ ਕਿਹੜੀ ਭਾਸ਼ਾ ਦੀ ਡਰਾਮਾ ਫਿਲਮ ਕੁਜ਼ੰਗਲ ਨੇ ਬੈਸਟ ਫਿਲਮ ਅਵਾਰਡ ਜਿੱਤਿਆ ਏਸ਼ੀਅਨ ਫਿਲਮ ਕੰਪੀਟੀਸ਼ਨ ਕੈਟਾਗਰੀ ਦੇ ਵਿੱਚ ਐਟ ਢਾਕਾ ਇੰਟਰਨੈਸ਼ਨਲ ਫਿਲਮ ਫੈਸਟੀਵਲ 2022 ਤੇ ਇਹਦਾ ਐਡੀਸ਼ਨ ਸੀ 20th। ਸੋ ਇਹ ਲੈਂਗੁਏਜ ਹੈ ਇਸ ਮੂਵੀ ਦੀ ਜਿਹਨੇ ਇਹ ਅਵਾਰਡ ਜਿੱਤਿਆ ਤਮਿਲ ਆਪਸ਼ਨ ਸੀ। Next is very important question. Which of the following organization will hold 12 ਦਿਨਾਂ ਦਾ ਮੈਰੀਟਾਈਮ ਡ੍ਰਿਲ ਇਨ ਮੈਡੀਟੇਰੇਨੀਅਨ ਸੀ ਤੇ ਇਸ ਡ੍ਰਿਲ ਦਾ ਨਾਮ ਹੈ ਨੈਪਚੂਨ ਸਟ੍ਰਾਈਕ 2022। ਸੋ ਇਹ ਜਿਹੜਾ ਨਾਮ ਹੈ ਇਹ ਵੀ ਤੁਹਾਨੂੰ ਐਗਜ਼ਾਮ ਦੇ ਲਈ ਪਤਾ ਹੋਣਾ ਚਾਹੀਦਾ ਹੈ ਤੇ ਇਹ ਆਰਗੇਨਾਈਜੇਸ਼ਨ ਜਿਹੜੀ ਇਹ 12 ਦਿਨਾਂ ਦਾ ਮੈਰੀਟਾਈਮ ਡ੍ਰਿਲ ਆਰਗੇਨਾਈਜ਼ ਕਰਵਾਉਗੀ ਉਹ ਹੈ ਨਾਟੋ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ। Next is again very important question. National Voters Day किस दिन observe ਕੀਤਾ ਜਾਂਦਾ ਹੈ? So this is observed on 25th January option C. Transparency International ਦੇ ਦੁਆਰਾ Corruption Perception Index ਰਿਲੀਜ਼ ਕੀਤਾ ਜਾਂਦਾ ਹੈ 2021 ਦੇ ਇੰਡੈਕਸ ਦੇ ਮੁਤਾਬਿਕ ਇੰਡੀਆ ਦਾ ਕਿਹੜਾ ਰੈਂਕ ਰਿਹਾ? So India stood at 85th position ਤੇ ਇਹਨੂੰ ਜਿਹੜੀ ਰਿਲੀਜ਼ ਕਰਦੀ ਅਥਾਰਟੀ ਟਰਾਂਸਪੇਰੈਂਸੀ ਇੰਟਰਨੈਸ਼ਨਲ ਇਹਦਾ ਨਾਮ ਵੀ ਐਗਜ਼ਾਮ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਸੋ ਜਿਹੜਾ ਹੁਣ ਆਪਣੇ ਟਰਾਂਸਪੇਰੈਂਸੀ ਇੰਟਰਨੈਸ਼ਨਲ ਦਾ ਇੰਡੈਕਸ ਦੇਖਿਆ ਹੈ ਹੁਣ ਇੱਕ ਕੁਐਸਚਨ ਹੈ ਕਿ ਇਸ ਇੰਡੈਕਸ ਦੇ ਉੱਤੇ ਟੌਪ ਕਿਹੜੀਆਂ ਕੰਟਰੀਜ਼ ਨੇ ਕੀਤਾ ਹੈ? ਸੋ ਟੌਪ ਕੀਤਾ ਹੈ 3 ਕੰਟਰੀਜ਼ ਨੇ ਨਿਊਜ਼ੀਲੈਂਡ ਡੈਨਮਾਰਕ ਫਿਨਲੈਂਡ। ਸੋ ਰਾਈਟ ਆਨਸਰ ਹੈ ਆਪਸ਼ਨ ਡੀ ਆਲ ਦੀ ਅਬਵ। ਨੈਕਸਟ ਹੈ ਅਸਾਮ ਗਵਰਨਮੈਂਟ ਨੇ ਇੱਕ ਪ੍ਰੈਸਟੀਜੀਅਸ ਅਵਾਰਡ ਕਨਫਰ ਕੀਤਾ ਹੈ ਟਾਈਟਲ ਅਸਮ ਭੈਵਵ 2021 ਕਿਹਨੂੰ ਦਿੱਤਾ ਹੈ? ਸੋ ਇਹ ਦਿੱਤਾ ਹੈ ਆਪਸ਼ਨ ਏ ਰਤਨ ਟਾਟਾ ਇੱਕ ਫਿਲੈਂਥਰੋਪਿਸਟ ਨੇ ਇੰਡਸਟਰੀਅਲਿਸਟ ਨੇ। ਸੋ ਰਾਈਟ ਆਨਸਰ ਇਜ਼ ਆਪਸ਼ਨ ਏ। ਨੈਕਸਟ ਹੈ ਇਹਨਾਂ ਚਾਰਾਂ ਦੇ ਵਿੱਚੋਂ ਪਦਮ ਵਿਭੂਸ਼ਣ ਅਵਾਰਡ 2022 ਕਿਹਨੂੰ ਨਹੀਂ ਮਿਲਿਆ? ਸੋ ਜਦੋਂ ਵੀ ਤੁਸੀਂ ਕੋਈ ਕੁਐਸਚਨ ਅਟੈਂਪਟ ਕਰਨਾ ਹੈ ਇਹ ਜ਼ਰੂਰ ਧਿਆਨ 'ਚ ਰੱਖਣਾ ਹੈ ਕਿ ਉੱਥੇ ਤੁਹਾਨੂੰ ਕਿਤੇ ਨੋਟ ਤਾਂ ਨਹੀਂ ਪੁੱਛਿਆ ਹੋਇਆ। ਸੋ ਇਹਨਾਂ ਦੇ ਵਿੱਚੋਂ ਜਿਹਨੂੰ ਅਵਾਰਡ ਨਹੀਂ ਮਿਲਿਆ ਉਹਨੇ ਨਰਿੰਦਰ ਸਿੰਘ ਕਪਾਨੀ ਆਪਸ਼ਨ ਡੀ। ਬਾਕੀ ਜਿਨ੍ਹਾਂ ਨੂੰ ਇਹ ਅਵਾਰਡ ਮਿਲਿਆ ਪ੍ਰਭਾ ਅਤਰੇ ਜਨਰਲ ਬਿਪਿਨ ਰਾਵਤ ਰਾਧੇਸ਼ਾਮ ਖੇਮਕਾ। ਸੋ ਇਹ ਤਿੰਨੋਂ ਨੇ। How many people have been awarded Padam Bhushan in Padma Award 2022? So total Padam Bhushan award ਮਿਲਿਆ 17 ਜਾਣਿਆਂ ਨੂੰ ਆਪਸ਼ਨ ਬੀ। ਲਖਨਊ ਦੀ IPL ਫਰੈਂਚਾਈਜ਼ੀ ਜਿਹਦੇ ਓਨਰ ਨੇ ਸੰਜੀਵ ਗੋਇੰਕਾ ਇਹਦਾ ਰੀਨੇਮ ਕੀਤਾ ਗਿਆ ਸੋ ਇਹਦਾ ਨਵਾਂ ਨਾਮ ਰਹੂਗਾ ਲਖਨਊ ਸੁਪਰ ਜਾਇੰਟਸ ਆਪਸ਼ਨ ਡੀ। ਹਿਮਾਚਲ ਪ੍ਰਦੇਸ਼ ਦਾ ਸਟੇਟਹੁੱਡ ਡੇ ਕਿਸ ਦਿਨ observe ਕੀਤਾ ਜਾਂਦਾ ਹੈ? ਸੋ ਇਹ ਵੀ ਰੀਸੈਂਟਲੀ ਇੱਕ ਐਗਜ਼ਾਮ ਦੇ ਵਿੱਚ ਡਾਇਰੈਕਟਲੀ ਕੁਐਸਚਨ ਪੁੱਛਿਆ ਗਿਆ ਸੀ। ਹਿਮਾਚਲ ਪ੍ਰਦੇਸ਼ ਦਾ ਸਟੇਟਹੁੱਡ ਡੇ ਹੁੰਦਾ ਹੈ 25 ਜਨਵਰੀ ਨੂੰ ਆਪਸ਼ਨ ਏ। ਰਾਮਗੜ੍ਹ ਵਿਸ਼ਧਾਰੀ ਵਾਈਲਡਲਾਈਫ ਸੈਂਚੁਰੀ ਇਜ਼ ਐਕਸਪੈਕਟਡ ਟੂ ਬੀ ਫਾਰਮਲੀ ਨੋਟੀਫਾਈਡ। ਸੋ ਜਲਦੀ ਇਹਨੂੰ ਟਾਈਗਰ ਰਿਜ਼ਰਵ ਨੋਟੀਫਾਈ ਕੀਤਾ ਜਾਊਗਾ ਬਿਫੋਰ ਗਲੋਬਲ ਟਾਈਗਰ ਸਮਿਟ। ਗਲੋਬਲ ਟਾਈਗਰ ਸਮਿਟ ਕਿਹੜੀ ਕੰਟਰੀ ਵਿੱਚ ਹੋਊਗਾ? ਸੋ ਇਹ ਕੁਐਸਚਨ ਹੈ ਦਿਸ ਇਜ਼ very important. This will be held in Russia option B. ਇੰਡੀਆ ਦਾ ਪਹਿਲਾ ਗ੍ਰਾਫੀਨ ਇਨੋਵੇਸ਼ਨ ਸੈਂਟਰ ਕਿਹੜੀ ਸਟੇਟ ਵਿੱਚ ਇਸਟੈਬਲਿਸ਼ ਕੀਤਾ ਜਾਊਗਾ? ਸੋ ਦਿਸ ਵਿਲ ਬੀ established in the state of Kerala option D.
ਨੈਕਸਟ ਇਜ਼ HPCL ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਨਵੇਂ ਚੇਅਰਮੈਨ ਤੇ MD ਕੌਣ ਨਿਯੁਕਤ ਕੀਤੇ ਗਏ ਨੇ? ਸੋ PK ਜੋਸ਼ੀ, ਪੁਸ਼ਪ ਕੁਮਾਰ ਜੋਸ਼ੀ, ਆਪਸ਼ਨ ਡੀ। ਕਿਹੜੀ ਇੰਸ਼ੋਰੈਂਸ ਕੰਪਨੀ ਹੈ ਜਿਹਨੇ policybazaar.com ਦੇ ਨਾਲ ਪਾਰਟਨਰਸ਼ਿਪ ਕੀਤੀ ਹੈ ਸੋ ਦੈਟ ਜਿਹੜੇ ਹੋਮ ਮੇਕਰ ਨੇ, ਘਰ ਚਲਾਉਂਦੇ ਨੇ, ਉਹਨਾਂ ਨੂੰ ਵੀ ਇੱਕ ਇੰਸ਼ੋਰੈਂਸ ਕਵਰ ਪ੍ਰੋਵਾਈਡ ਕਰਵਾਇਆ ਜਾਵੇ? ਸੋ ਇਹ ਹੈ ਮੈਕਸ ਲਾਈਫ ਇੰਸ਼ੋਰੈਂਸ, ਆਪਸ਼ਨ ਬੀ। ਰਸ਼ੀਆ ਤੇ ਚਾਈਨਾ ਨੇ ਇੱਕ ਮਿਲ ਕੇ ਨੇਵਲ ਡਰਿਲ ਕਰਵਾਈ ਹੈ ਚਿਰੂ 2022। ਸੋ ਇਹਦੇ ਵਿੱਚ ਇੱਕ ਹੋਰ ਕੰਟਰੀ ਕਿਹੜੀ ਹੈ? ਸੋ ਜੇ ਤੁਸੀਂ ਇਹ ਨਾਮ ਦੇਖੋਗੇ ਤਾਂ CH ਸਟੈਂਡਸ ਫॉर ਚਾਈਨਾ, RU ਸਟੈਂਡਸ ਫॉर ਰਸ਼ੀਆ ਐਂਡ ਜਿਹੜਾ I ਹੈ this stands for ਇਰਾਨ, ਆਪਸ਼ਨ ਡੀ। ਵਰਲਡ ਦਾ ਸਭ ਤੋਂ ਵੱਡਾ ਲਾਰਜੈਸਟ 500 ਮੀਟਰ ਲੰਬਾ 70 ਮੀਟਰ ਚੌੜਾ ਕੈਨਾਲ ਲੌਕ ਕਿਹੜੀ ਕੰਟਰੀ ਦੇ ਵਿੱਚ ਅਨਵੀਲ ਕੀਤਾ ਗਿਆ? So this has been unveiled in Netherlands, option. Next ਹੈ ਇੰਡੀਆ ਨੂੰ ਕਿਹੜੀ ਕੰਟਰੀ ਨੇ ਸਾਰੀਆਂ ਕੰਟਰੈਕਟਡ 70,000 AK-203 ਅਸੌਲਟ ਰਾਈਫਲ ਡਿਲੀਵਰ ਕੀਤੀਆਂ ਨੇ? ਸੋ ਇਹ ਕੀਤੀਆਂ ਨੇ ਰਸ਼ੀਆ ਨੇ, ਆਪਸ਼ਨ ਡੀ। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਨੈਸ਼ਨਲ ਕਮਿਸ਼ਨ ਫਾਰ ਵਿਮਨ NCW ਦਾ 30ਵਾਂ ਫਾਊਂਡੇਸ਼ਨ ਡੇ ਪ੍ਰੋਗਰਾਮ ਐਡਰੈਸ ਕੀਤਾ 31 ਜਨਵਰੀ ਨੂੰ। ਸੋ ਕੁਐਸਚਨ ਹੈ ਕਿ NCW ਦੀ ਚੇਅਰਪਰਸਨ ਕੌਣ ਹੈ? ਦਿਸ ਇਜ਼ ਵੈਰੀ ਇੰਪੋਰਟੈਂਟ ਫॉर ऑल एग्जाम। So chairperson is Rekha Sharma, option D. Next ਹੈ ਜ਼ਿਓਮਾਰਾ ਕੈਸਟਰੋ, ਇਹ ਪਹਿਲੀ ਮਹਿਲਾ ਰਾਸ਼ਟਰਪਤੀ ਬਣੀ ਹੈ ਕਿਹੜੀ ਕੰਟਰੀ ਦੀ? ਸੋ ਕੰਟਰੀ ਹੈ ਹੌਂਡਰਸ, ਆਪਸ਼ਨ ਡੀ। ਸੋ ਹੌਂਡਰਸ ਦੀ ਫਰਸਟ ਟਾਈਮ ਕੋਈ ਵਿਮਨ ਪ੍ਰੈਜ਼ੀਡੈਂਟ ਬਣੀ ਹੈ ਤੇ ਨਾਮ ਹੈ ਜ਼ਿਓਮਾਰਾ ਕੈਸਟਰੋ, ਵੈਰੀ ਵੈਰੀ ਇੰਪੋਰਟੈਂਟ। ਸੋ ਆਪਣੀ ਇਸ ਪਾਰਟ 2 ਇੰਪੋਰਟੈਂਟ ਕਰੰਟ ਅਫੇਅਰ ਜਨਵਰੀ 2022 ਸੀਰੀਜ਼ ਦਾ ਲਾਸਟ ਕੁਐਸਚਨ ਹੈ ਆਪਰੇਸ਼ਨ ਖਤਮ। ਇਸ ਬੁੱਕ ਨੂੰ ਕਿਹਨੇ ਆਥਰ ਕੀਤਾ ਹੈ? ਸੋ ਇਹਨੂੰ ਦੋ ਜਾਣਿਆਂ ਨੇ ਆਥਰ ਕੀਤਾ ਹੈ, ਆਰਸੇ ਗਾਂਜੂ, ਅਸ਼ਵਨੀ ਭਟਨਾਗਰ। So right answer is option D, both A and B, and this is very very important question. So this was all about our today's lecture. Please do subscribe to my channel, share it, like it, comment. Thank you and good luck.